टू ऑल ऑफ यू ਅੱਜ ਆਪਾਂ ਗੱਲ ਕਰਨੀ ਹੈਗੀ ਆ ਆਸ ਰਾਈਟਿੰਗ ਟਾਸਕ 1 ਦੀ। ਤਾਂ ਆਪਣੇ ਕੋਲ ਜਿਹੜੀ ਅਜੇ ਟਾਈਪ ਹੈਗੀ ਆ ਉਹ ਹੈਗੀ ਆ ਲਾਈਨ ਗ੍ਰਾਫ ਦੀ। ਤਾਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਸੈਂਪਲ ਆਨਸਰ ਦੇ ਨਾਲ ਗੱਲ ਕਰਾਂਗੇ ਕਿ ਹਰ ਇੱਕ ਜਿਹੜੀ ਆਪਾਂ ਲਾਈਨ ਕਿਸ ਤਰੀਕੇ ਨਾਲ ਫਾਰਮ ਕਰਨੀ ਆ। ਜਿਹੜਾ ਰਾਈਟਿੰਗ ਟਾਸਕ 1 ਹੁੰਦਾ ਹੈਗਾ ਉਹ 'ਤੇ ਜਸਟ ਆਪਾਂ ਜਿਹੜੀਆਂ ਲਾਈਨਸ ਫਾਰਮ ਦੀ ਬੈਂਡ ਹੁੰਦੀ ਹੈ, ਕਿਉਂਕਿ ਆਪਣੇ ਕੋਲ ਜਿਹੜਾ ਡਾਟਾ ਤਾਂ ਦਿੱਤਾ ਗਿਆ ਹੁੰਦਾ, ਜਸਟ ਆਪਾਂ ਲਾਈਨਸ ਵਿੱਚ ਉਹਨੂੰ ਲਿਖਣਾ ਹੁੰਦਾ ਵਾ, ਹੈ ਨਾ, ਕਿ ਆਪਾਂ ਉਹਨੂੰ ਜਿਹੜਾ ਐਲੈਬੋਰੇਟ ਕਰਨਾ ਹੁੰਦਾ। ਅਤੇ ਉਹੀ ਤਰੀਕਾ ਆਪਣਾ ਜਿਹੜਾ ਦੇਖਿਆ ਜਾਂਦਾ। ਆਪਾਂ ਕੋਸ਼ਿਸ਼ ਕਰਨੀ ਹੈ ਕਿ ਜੇ ਰੈਪੀਟੀਸ਼ਨ ਬਿਲਕੁਲ ਨਾ ਹੋਵੇ ਟਾਸਕ 1 ਦੇ ਵਿੱਚ। ਜਿਹੜੀ ਲਾਈਨ ਲਈ ਆਪਾਂ ਇੱਕ ਸਟਰਕਚਰ ਇੱਕ ਲਾਈਨ ਦੇ ਲਈ ਯੂਜ਼ ਕਰ ਲਿਆ ਤਾਂ ਉਹਨੂੰ ਤੁਸੀਂ ਸੈਕਿੰਡ ਲਈ ਅਵੋਇਡ ਕਰਨਾ, ਠੀਕ ਆ। ਹਰ ਇੱਕ ਡਿਫਰੈਂਟ ਲਾਈਨ ਯੂਜ਼ ਕਰਨੀ ਆਪਾਂ ਇਹਦੇ ਵਿੱਚ, ਤਾਂ ਮਤਲਬ ਕਿ ਸੈਂਟੈਂਸ ਵੇਰੀਏਸ਼ਨਸ ਲੈ ਕੇ ਆਉਣੀਆਂ ਵਾ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਆਪਣੇ ਕੋਲ ਜਿਹੜੀ ਅੱਜ ਦੀ ਸਟੇਟਮੈਂਟ ਆ ਉਹ ਕੀ ਹੈਗੀ ਆ। ਤਾਂ ਸਟੇਟਮੈਂਟ ਪੜ੍ਹਦੇ ਹਾਂ। ਦ ਗ੍ਰਾਫ ਬਿਲੋ ਸ਼ੋਜ਼ ਦ ਕੰਜ਼ੰਪਸ਼ਨ ਆਫ 3 ਸਪਰਿਟਸ ਫਰੋਮ ਦ 1981 ਟੂ 2007, ਠੀਕ ਆ। ਤਾਂ ਆਪਣੇ ਕੋਲ ਜਿਹੜਾ ਟਾਈਮ ਪੀਰੀਅਡ ਦਿੱਤਾ ਗਿਆ ਵਾ 1981 ਤੋਂ ਲੈ ਕੇ 2007 ਤੱਕ। ਤਾਂ ਉਹਨਾਂ ਨੇ ਕੀ ਕਹਿ ਤਾ ਕਿ ਕੰਜ਼ੰਪਸ਼ਨ ਸ਼ੋਅ ਕੀਤੀ ਗਈ ਆ 3 ਸਪਰਿਟਸ ਦੀ, ਠੀਕ ਆ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਆਪਣਾ ਜਿਹੜੇ ਉਹ 3 ਟਾਈਪਸ ਕਿਹੜੀਆਂ। ਤਾਂ ਆਪਣੇ ਕੋਲ ਜਿਹੜਾ ਡਾਇਗਰਾਮ ਦੇ ਵਿੱਚ ਦੱਸਿਆ ਹੈਗਾ ਦ ਕੰਜ਼ੰਪਸ਼ਨ ਆਫ ਸਪਰਿਟਸ। ਤਾਂ ਕਿਹੜਾ ਹੈਗਾ ਕਿ ਪਹਿਲਾਂ ਕੀ ਆ ਆਪਣੇ ਕੋਲ ਹੈਗਾ ਮਾਰਜਰੀਨ, ਤਾਂ ਲੋ ਫੈਟ ਐਂਡ ਰਿਡਿਊਸ ਸਪਰਿਟਸ ਅਤੇ ਬਟਰ, ਠੀਕ ਆ। ਤਾਂ 3 ਟਾਈਪਸ ਹੈਗੀਆਂ ਆਪਣੇ ਕੋਲ। ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਜਿਹੜੇ ਇਹਨਾਂ ਦੀ ਗੱਲ ਕਰਨੀ ਹੈ ਅਤੇ ਟਾਈਮ ਪੀਰੀਅਡ ਆਪਾਂ ਨੂੰ ਦੇ ਦਿੱਤਾ ਹੈਗਾ। ਹੁਣ ਆਪਾਂ ਦੇਖਦੇ ਹਾਂ ਕਿ ਲਾਈਨਸ ਨੂੰ ਫਾਰਮ ਕਿੱਦਾਂ ਕਰਨਾ। ਆਪਾਂ ਇਹਨੂੰ ਡਿਵਾਈਡ ਕਰ ਲੈਣਾ, ਕਿਉਂਕਿ 2 BPs ਬਣਾਉਣੇ ਆਪਾਂ, ਹੈ ਨਾ, BP1 ਐਂਡ BP2, ਅਤੇ ਲਾਈਨਸ ਆਪਣੇ ਕੋਲ 3 ਹੈਗੀਆਂ। ਤਾਂ 3 ਲਾਈਨਸ ਨੂੰ ਆਪਾਂ ਹੁਣ ਇੱਕ ਵਿੱਚ 2 ਕਰ ਦਾਂਗੇ, ਇੱਕ ਵਿੱਚ ਆਪਾਂ 1 ਕਰ ਦਾਂਗੇ, ਠੀਕ ਆ। ਤਾਂ ਪਹਿਲਾਂ ਆਪਾਂ ਦੇਖਦੇ ਹੈਗੇ ਹਾਂ ਜਿਹਦੇ ਵਿੱਚ ਆਪਾਂ ਨੂੰ ਜ਼ਿਆਦਾ ਡੇਟਾ ਦੱਸਣਾ ਪਊਗਾ ਉਹ ਆਪਾਂ ਇੱਕ ਵਿੱਚ ਕਰ ਲੈਂਦੇ ਹਾਂ। ਦੇਖੋ ਹੁਣ ਆਪਣੇ ਕੋਲ ਜਿਹੜੀ ਆ ਗ੍ਰੀਨ ਵਾਲੀ ਆ ਬਟਰ ਦੀ ਸ਼ੋਅ ਹੋ ਰਹੀ ਹੈ, ਇਹ ਜ਼ਿਆਦਾ ਹੈਗੀ ਹੈ, ਤਾਂ ਆਪਾਂ ਇਹਨੂੰ 1 ਵਿੱਚ ਕਰ ਦਿੰਦੇ ਹਾਂ, ਠੀਕ ਆ। ਤਾਂ ਸੈਕਿੰਡਲੀ ਆਪਣੇ ਕੋਲ ਜਿਹੜੀ ਬਲੂ ਅਤੇ ਜਿਹੜੀ ਰੈੱਡ ਲਾਈਨ ਆ ਉਹ ਆਪਾਂ 1 BP 'ਚ ਕਰ ਦਾਂਗੇ, ਕਿਉਂਕਿ ਜਿਹੜੀ ਰੈੱਡ ਹੈਗੀ ਉਹ ਤਾਂ ਆਪਣੇ ਕੋਲ ਸਟਾਰਟ ਹੀ ਹੈ ਨਾ 1996 ਤੋਂ ਹੁੰਦੀ ਆ। ਇਸ ਲਈ ਆਪਣਾ ਇਹਦੋਂ ਘੱਟ ਜਿਹੜਾ ਐਕਸਪਲੇਨੇਸ਼ਨ ਕਰਨੀ ਪਊਗੀ। ਦੈਟਸ ਵਾਈ ਆਪਾਂ ਇਹਨਾਂ ਨੂੰ ਦੋਵਾਂ ਨੂੰ 1 ਵਿੱਚ ਕਰ ਦਾਂਗੇ। ਤਾਂ ਚੱਲਦੇ ਹਾਂ ਹੁਣ ਆਪਾਂ ਇੰਟਰੋ ਕਿੱਦਾਂ ਲਿਖਣੀ ਆ। ਤਾਂ ਇੰਟਰੋ ਲਿਖਣ ਲਈ ਆਪਾਂ ਕੀ ਕਰਨਾ ਹੈਗਾ ਗਾ, The provided line graph illustrate the information about the। ਤਾਂ ਤੁਸੀਂ ਇਸ ਲਾਈਨ ਤੱਕ about the ਤੱਕ ਤੁਸੀਂ ਕੋਈ ਵੀ ਟਾਸਕ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਆ, ਠੀਕ ਆ। ਕਿ ਤੁਸੀਂ ਗ੍ਰਾਫ ਚੇਂਜ ਕਰਨਾ ਹੁੰਦਾ, ਜੇ ਲਾਈਨ ਗ੍ਰਾਫ ਆ ਲਾਈਨ ਤਾਂ ਪਾਈ ਹੈਗਾ ਤਾਂ ਪਾਈ ਬਾਰ ਜੋ ਵੀ ਹੈ ਤੁਸੀਂ ਚੇਂਜ ਕਰ ਦੇਣਾ, ਠੀਕ ਆ। ਤਾਂ ਦ ਪ੍ਰੋਵਾਈਡਡ ਕਿਉਂਕਿ ਪ੍ਰੋਵਾਈਡ ਕਰਵਾਇਆ ਗਿਆ ਆਪਾਂ ਨੂੰ, ਠੀਕ ਹੈ। ਦ ਲਾਈਨ ਗ੍ਰਾਫ ਇਲੂਸਟ੍ਰੇਟ, ਤਾਂ ਕੀ ਇਲੂਸਟ੍ਰੇਟ ਦਾ ਮਤਲਬ ਹੁੰਦਾ ਸ਼ੋਅ ਕਰਨਾ। ਤਾਂ ਆਪਾਂ ਨੂੰ ਸਟੇਟਮੈਂਟ ਵਿੱਚ ਸ਼ੋਅ ਦਿੱਤਾ ਹੈਗਾ, ਦੈਟਸ ਵਾਈ ਆਪਾਂ ਇਲੂਸਟ੍ਰੇਟ ਕਰ ਲਿਆ, ਠੀਕ ਹੈ। ਤੁਸੀਂ 2 ਵਰਡ ਜਿਹੜੇ ਚੰਗੀ ਤਰ੍ਹਾਂ ਯਾਦ ਰੱਖ ਲਓ, ਸਪੈਲਿੰਗ ਨਾ ਮਿਸਟੇਕ ਹੋਵੇ ਆਪਣੀ, ਸ਼ੋਅ ਅਤੇ ਇਲੂਸਟ੍ਰੇਟ, ਠੀਕ ਆ। ਜੇ ਆਪਣੇ ਕੋਲ ਇਲੂਸਟ੍ਰੇਟ ਆ ਗਿਆ ਸਟੇਟਮੈਂਟ ਤੁਸੀਂ ਸ਼ੋਅ ਕਰ ਦੇਣਾ, ਜੇ ਸ਼ੋਅ ਆ ਗਿਆ ਤਾਂ ਇਲੂਸਟ੍ਰੇਟ ਕਰ ਦੇਣਾ, ਠੀਕ ਹੈ। ਜ਼ਿਆਦਾਤਰ ਆਪਣੇ ਕੋਲ ਸ਼ੋਅ ਹੁੰਦਾ ਹੈਗਾ ਤਾਂ ਤੁਸੀਂ ਇਲੂਸਟ੍ਰੇਟ ਕਰ ਸਕਦੇ ਹੋ। ਤਾਂ ਵੈਸੇ ਹੋਰ ਵੀ ਵਰਡਸ ਹੁੰਦੇ ਆ, ਬੱਚੇ ਡਿਪਿਕਟ, ਹੈ ਨਾ, ਹੋਰ ਵੀ ਕੋਈ ਯੂਜ਼ ਕਰਦੇ ਹੈਗੇ ਆ, ਤਾਂ ਤੁਸੀਂ ਕਰ ਸਕਦੇ ਆ। ਬਟ ਇਹਨਾਂ ਧਿਆਨ ਰੱਖਣਾ ਕਿ ਆਪਣੀ ਸਪੈਲਿੰਗ ਮਿਸਟੇਕ ਨਾ ਹੋਵੇ ਬਿਲਕੁਲ ਵੀ। ਤਾਂ ਹੁਣ ਆਪਾਂ ਗੱਲ ਕੀ ਕਰਦੇ ਹਾਂ, ਇਨਫੋਰਮੇਸ਼ਨ ਅਬਾਊਟ ਦਾ ਅਮਾਊਂਟ ਆਫ ਮਾਰਜਰੀਨ, butter and low fat spreads which were consumed over 26 year। ਤਾਂ ਹੁਣ ਆਪਾਂ ਕੀ ਕਹਿ ਦਿੱਤਾ ਕਿ ਤਿੰਨਾਂ ਜਿਹੜੀਆਂ ਟਾਈਪਸ ਦਿੱਤੀਆਂ ਹੈਗੀਆਂ ਉਹਨਾਂ ਦੇ ਨਾਮ ਐਡ ਕਰਤੇ ਇੰਟਰੋ ਦੇ ਵਿੱਚ, ਠੀਕ ਆ। ਤਾਂ ਤਿੰਨੋਂ ਦੇ ਆਪਾਂ ਨਾਮ ਐਡ ਕਰਦੇ। ਫਸਟ ਆਪਣੇ ਕੋਲ ਹੈਗੀ ਮਾਰਜਰੀਨ, ਲੋ ਫੈਟ ਐਂਡ ਰਿਡਿਊਸ ਸਪਰਿਟਸ ਐਂਡ ਬਟਰ, ਠੀਕ ਆ। 3 ਜਿਹੜੀਆਂ ਟਾਈਪਸ ਉਹ ਆਪਾਂ ਇੰਟਰੋ 'ਚ ਹੀ ਮੈਂਸ਼ਨ ਕਰਦੇ ਹਾਂ ਕਿ ਇਹਨਾਂ ਬਾਰੇ, ਇਹਨਾਂ ਦੀ ਅਮਾਊਂਟ ਬਾਰੇ ਦੱਸਿਆ ਗਿਆ ਆਪਾਂ ਨੂੰ ਕਿ ਕਾਹਦੇ ਬਾਰੇ, ਕਿ ਜਿਹੜੀਆਂ ਕਿ ਕੰਜ਼ਿਊਮਡ ਹੋਈਆਂ ਕਾਹਦੇ ਵਿੱਚ ਓਵਰ 26 ਈਅਰ। ਤਾਂ ਦੇਖੋ 26 ਕਿਵੇਂ ਬਣਿਆ, 1981 ਤੋਂ ਲੈ ਕੇ ਆਪਣੇ ਕੋਲ ਜਿਹੜਾ ਹੈਗਾ 2007 ਤੱਕ ਜਿਹੜਾ ਟਾਈਮ ਪੀਰੀਅਡ ਉਹ 26 ਈਅਰ ਬਣਦੇ ਹੈਗੇ ਆ, ਠੀਕ ਆ। ਤਾਂ ਇਸ ਲਈ ਆਪਾਂ ਕੀ ਲਿਖਤਾ ਕਿ ਇਹ ਜਿਹੜੀਆਂ 26 ਦੇ ਵਿੱਚ ਕੰਜ਼ਿਊਮ ਹੋਇਆ ਹੈ ਉਹ ਅਮਾਊਂਟ ਬਾਰੇ ਦੱਸ ਰਿਹਾ ਹੈਗਾ, ਠੀਕ ਆ। ਤਾਂ ਆਪਾਂ ਕੀ ਕਰੀਏ ਫਰੋਮ, ਤਾਂ ਆਪਾਂ ਦੱਸ ਦਿੱਤਾ ਫਰੋਮ 1981 ਟੂ 2007। ਤਾਂ ਆਪਣੇ ਕੋਲ ਨਾ ਇੱਥੇ ਹੈਗਾ ਗਾ ਫਰੋਮ, ਠੀਕ ਆ, ਹੈ ਨਾ, 1981 ਟੂ 2007 ਤੱਕ ਜਿਹੜਾ ਆਪਣੇ ਕੋਲ ਹੈਗਾ ਫਰੋਮ ਟੂ ਯੂਜ਼ ਕੀਤਾ। ਤਾਂ ਤੁਸੀਂ ਜਿਹੜਾ ਇੰਟਰੋ ਦੇ ਵਿੱਚ ਬਟਵੀਨ ਐਡ ਕਰ ਲਓ, ਠੀਕ ਆ। ਤਾਂ ਤੁਸੀਂ ਇਸ ਜਗ੍ਹਾ 'ਤੇ ਬਟਵੀਨ ਐਡ ਕਰ ਸਕਦੇ ਹੋ, ਇਹਨਾਂ ਵੇਰੀਏਸ਼ਨ ਆ ਜਾਂਦੀ ਹੈ ਆਪਣੇ ਕੋਲ, ਕਿਉਂਕਿ ਆਪਣੇ ਕੋਲ ਜਿੱਥੇ ਤੁਸੀਂ ਤੁਹਾਨੂੰ ਸਟੇਟਮੈਂਟ ਦੇ ਵਿੱਚ ਫਰੋਮ ਟੂ ਮਿਲ ਗਿਆ ਤਾਂ ਤੁਸੀਂ ਬਟਵੀਨ ਦੇ ਨਾਲ ਹਮੇਸ਼ਾ ਐਂਡ ਲੱਗਦਾ, ਟੂ ਨਹੀਂ ਲਾਉਣਾ। ਫਰੋਮ ਦੇ ਨਾਲ ਤੁਸੀਂ ਐਂਡ ਨਹੀਂ ਲਾ ਸਕਦੇ, ਟੂ ਲਾਓਗੇ, ਠੀਕ ਆ। ਤਾਂ ਇਸ ਲਈ ਤੁਸੀਂ ਇਹਨੂੰ ਚੇਂਜ ਕਰ ਸਕਦੇ ਆ। ਤਾਂ ਅੱਗੇ ਆਪਾਂ ਇੱਕ ਲਾਈਨ ਹੋਰ ਦੱਸਦੀ ਹੈਗੀ ਆ ਕਿ ਯੂਨਿਟਸ ਆਰ ਮੈਜ਼ਰਡ ਇਨ ਦਾ ਗ੍ਰਾਮਸ। ਤਾਂ ਜਿਹੜੀਆਂ ਆਪਾਂ ਕੋਲ ਯੂਨਿਟਸ ਦਿੱਤੀਆਂ ਗਈਆਂ ਉਹ ਕਾਹਦੇ ਵਿੱਚ ਹੈਗੀਆਂ ਗ੍ਰਾਮਸ ਦੇ ਵਿੱਚ। ਤਾਂ ਦੇਖੋ ਆਪਾਂ ਨੂੰ ਇੱਥੇ ਸਾਈਡ 'ਤੇ ਮੈਂਸ਼ਨ ਕੀਤਾ ਹੈਗਾ ਗ੍ਰਾਮਸ, ਠੀਕ ਆ, ਕਿ ਗ੍ਰਾਮ ਦੱਸੇ ਹੈਗੇ ਆ, ਲਾਈਕ 20, 40, ਹੈ ਨਾ, 60, 80, 100। ਤਾਂ ਇਹ ਆਪਾਂ ਨੂੰ ਜਿਹੜੇ ਸਾਰੇ ਗ੍ਰਾਮਸ ਦੱਸੇ ਹੈਗੇ ਆ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਆ ਜਿਹੜੇ ਕਿ ਫਸਟ ਦੀ। ਤਾਂ ਫਸਟ ਆਪਾਂ ਗੱਲ ਕਰਨੀ ਹੈਗੀ ਆ
ਇੱਕ BP ਦੇ ਵਿੱਚ ਆਪਾਂ ਜਿਹੜਾ ਗ੍ਰੀਨ ਲਾਈਨ ਕਰਦੇ ਨੇ, ਤੇ ਗ੍ਰੀਨ ਲਾਈਨ ਕਿਹੜਾ ਸ਼ੋ ਕਰਦੀ ਹੈ ਕਿ ਬਟਰ ਦੀ ਕੰਜ਼ੰਪਸ਼ਨ ਸ਼ੋ ਕਰਦੀ ਹੈਗੀ ਹੈ, ਠੀਕ ਆ। ਤਾਂ ਹੁਣ ਆਪਾਂ ਬਟਰ ਨੂੰ ਲੈ ਕੇ ਚੱਲਦੇ ਹਾਂ। ਤਾਂ ਪਹਿਲਾਂ ਬਟਰ ਸਟਾਰਟ ਕਿੱਥੋਂ ਹੋ ਰਿਹਾ ਹੈਗਾ? ਬਟਰ ਆਪਣੇ ਕੋਲੇ ਸਟਾਰਟ ਹੋ ਰਿਹਾ ਵਾ 140 ਦੇ ਨੇੜੇ ਤੇੜਾ, ਠੀਕ ਆ। ਇਹ ਆਪਣੇ ਕੋਲੇ 140 ਗ੍ਰਾਮਸ ਦੇ ਬਿਲਕੁਲ ਨੇੜੇ ਹੈਗਾ ਗਾ, ਤਾਂ ਇੱਥੋਂ ਸ਼ੋ ਹੋ ਰਿਹਾ। ਬਾਅਦ ਵਿੱਚ ਕੀ ਉਹ 160 ਤੇ ਜਾ ਰਿਹਾ ਹੈਗਾ ਗਾ, ਉਸ ਤੋਂ ਬਾਅਦ ਫਿਰ ਉਹ ਨੀਚੇ ਆ ਰਿਹਾ, ਠੀਕ ਹੈ, ਡਿਕਰੀਜ਼ ਹੋ ਰਿਹਾ। ਤਾਂ ਐਟ ਦਾ ਫਾਈਨਲ ਵਿੱਚ ਹੈ ਨਾ ਉਹ ਆਪਣੇ ਕੋਲੇ ਜਿਹੜਾ 80 ਤੋਂ 60 ਤੋਂ ਨੀਚੇ ਰਹਿ ਜਾਂਦਾ ਹੈਗਾ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹਾਂ ਇਹਨੂੰ ਫਾਰਮ ਕਿੱਦਾਂ ਕਰਨਾ ਲਾਈਨ ਨੂੰ। ਆਫਟਰ ਐਨਾਲਾਈਜ਼ਿੰਗ ਤੁਸੀਂ ਇਹ ਲਾਈਨ ਵੀ ਲਿਖ ਸਕਦੇ ਆ, ਇਟ ਇਜ਼ ਕ੍ਰਿਸਟਲ ਕਲੀਅਰ ਫਰੋਮ ਦਾ ਗਿਵਨ ਗ੍ਰਾਫ। ਤਾਂ ਇਹ ਉਹ ਕਹਿੰਦੇ ਐਨਾਲਾਈਜ਼ ਕਰਨ ਤੋਂ ਬਾਅਦ ਇਹ ਪਤਾ ਚੱਲ ਗਿਆ ਹੈਗਾ ਕਿ ਦ ਯੂਜ਼ਡ ਅਮਾਊਂਟ ਆਫ ਬਟਰ, ਤਾਂ ਜਿਹੜੀ ਬਟਰ ਦੀ ਅਮਾਊਂਟ ਯੂਜ਼ ਕੀਤੀ ਗਈ ਆ। ਦੇਖੋ ਕੰਜ਼ੰਪਸ਼ਨ ਵਰਡ ਆ ਗਿਆ, ਤੁਸੀਂ ਇਹਦੀ ਜਗ੍ਹਾ 'ਤੇ ਯੂਜ਼ਡ ਕਰ ਸਕਦੇ ਹੈਗੇ ਆ, ਈਟਨ ਵੀ ਕਰ ਸਕਦੇ, ਕਿਉਂਕਿ ਆਫਕੋਰਸ ਈਟੇਬਲ ਥਿੰਗਸ ਹੈਗੀਆਂ, ਤਾਂ ਤੁਸੀਂ ਜਿਹੜਾ ਈਟ ਵਰਡ ਵੀ ਯੂਜ਼ ਕਰ ਸਕਦੇ ਇਹਦੇ ਲਈ, ਠੀਕ ਆ। ਤਾਂ ਹੁਣ ਆਪਾਂ ਇੱਥੇ ਕੀਤਾ ਕਿ ਯੂਜ਼ਡ ਅਮਾਊਂਟ ਆਫ ਬਟਰ ਵਾਜ਼ ਅਰਾਊਂਡ ਆਪਾਂ ਕਿਉਂ ਲਾਇਆ? ਕਿਉਂਕਿ ਨੇੜੇ ਤੇੜੇ ਆ, ਠੀਕ ਆ। ਜੇ ਐਜੈਕਟ ਆਪਣੇ ਕੋਲੇ ਹੁੰਦੀ ਕਿ 140 ਗ੍ਰਾਮ ਆ ਤਾਂ ਆਪਾਂ 140 ਲਾਉਂਦੇ ਆ, ਠੀਕ ਆ। 140 ਗ੍ਰਾਮਸ ਐਟ ਦ ਬਿਗਨਿੰਗ ਆਫ ਦਾ ਪੀਰੀਅਡ, ਤਾਂ ਪੀਰੀਅਡ ਦੇ ਸਟਾਰਟਿੰਗ ਵਿੱਚ ਇਹ ਕੀ ਹੈਗੀ ਆ 140 ਗ੍ਰਾਮ ਹੈਗੀ ਆ, ਤਾਂ ਬਿਗਨਿੰਗ ਆਫ ਦਾ ਪੀਰੀਅਡ ਲਾਤਾ ਆਪਾਂ। ਤਾਂ ਹੁਣ ਆਪਾਂ ਜਿਹੜੀ ਇਹ ਲਾਈਨ ਫਾਰਮ ਕਰ ਦਿੱਤੀ ਹੈਗੀ ਆ ਵੀ ਯੂਜ਼ਡ ਅਮਾਊਂਟ ਆਫ ਬਟਰ ਇੰਨੀ ਸੀਗੀ ਐਟ ਦ ਬਿਗਨਿੰਗ ਆਫ ਪੀਰੀਅਡ, ਤਾਂ ਤੁਸੀਂ ਇਸ ਸਟਰਕਚਰ ਨੂੰ ਅਵੋਇਡ ਕਰੋਗੇ ਨੈਕਸਟ ਲਾਈਨਸ ਲਈ, ਠੀਕ ਆ। ਤਾਂ ਫਿਰ ਆਪਾਂ ਕੀ ਕਰਦੇ ਐਂਡ ਦੈਨ ਦ ਹਾਈਐਸਟ, ਤਾਂ ਫਿਰ ਕੀ ਹੋਊਗੀ? ਹਾਈਐਸਟ ਹੋਗੀ, ਠੀਕ ਆ। ਤਾਂ ਹਾਈਐਸਟ ਜਿਹੜੀ 3rd ਡਿਗਰੀ ਹੈਗੀ ਨਾ, ਤੁਸੀਂ ਉਹਦੇ ਲਈ ਦ ਯੂਜ਼ ਕਰਦੇ ਆ ਮੂਰੇ। ਤਾਂ ਦ ਹਾਈਐਸਟ ਐਟ 160 ਗ੍ਰਾਮਸ ਇਨ 1986, ਠੀਕ ਆ। ਤਾਂ ਹੁਣ ਆਪਣੇ ਕੋਲੇ ਕੀ ਆ ਗਿਆ 1986 ਦੇ ਵਿੱਚ ਕਿੱਥੇ ਚਲੀ ਗਈ? ਪਹਿਲਾਂ 140 ਸੀਗੀ, ਤਾਂ 1986 ਦੇ ਵਿੱਚ ਆਪਣੇ ਕੋਲੇ 160 ਤੇ ਚਲੀ ਗਈ, ਠੀਕ ਆ। ਤਾਂ ਇਹ ਹਾਈਐਸਟ ਆ। ਦੇਖੋ ਇਹਦੇ ਨੇੜੇ ਤੇੜੇ ਕੋਈ ਹੋਰ ਜਿਹੜੀਆਂ ਆਪਣੇ ਕੋਲ ਟੂਲਸ ਦਿੱਤੇ ਹੈਗੇ ਆ ਨਾ ਸਪਰੈਡਸ, ਤਾਂ ਉਹ ਇਹਦੇ ਬਰਾਬਰ ਨਹੀਂ ਹੈਗੇ, ਤਾਂ ਇਹ ਹਾਈਐਸਟ ਹੈਗੀ ਆ। ਤਾਂ ਆਪਾਂ ਲਿਖਤਾ ਕਿ ਹਾਈਐਸਟ ਆ, ਠੀਕ ਆ। at the 160 grams in the 1986, ਤਾਂ after that ਤਾਂ ਬਾਅਦ 'ਚੋਂ ਆਪਾਂ ਕਨੈਕਟਰ ਯੂਜ਼ ਕਰਤਾ। ਕਨੈਕਟਰ ਬਹੁਤ ਜ਼ਰੂਰੀ ਹੈ ਯੂਜ਼ ਕਰਨੇ, ਕਿਉਂਕਿ ਇਹ ਕਨੈਕਟੀਵਿਟੀ ਲਿਆਉਂਦੇ ਆਪਣੇ ਐਸੇ ਦੇ ਵਿੱਚ। ਤਾਂ after that ਆਪਾਂ ਕੌਮਾ ਯੂਜ਼ ਕੀਤਾ। this figure falling dramatically, ਤਾਂ ਇਹ ਜਿਹੜੀ ਕਿ ਇੱਕੋਦਮ ਹੀ ਡਿਕਰੀਜ਼ ਹੋ ਗਈ, ਠੀਕ ਆ, ਡਿੱਗ ਗਈ। ਤਾਂ ਟੂ ਅਬਾਊਟ ਕਿੰਨੀ ਹੋ ਗਈ 60 ਗ੍ਰਾਮਸ ਇਨ 1991, ਠੀਕ ਆ। ਤਾਂ ਜਦੋਂ ਇਹ 1991 ਦੇ ਵਿੱਚ ਇਹ ਮਤਲਬ ਕਿ ਮਿਨੀਮਮ ਅਬਾਊਟ ਦ 60 ਗ੍ਰਾਮਸ ਹੈ ਨਾ ਡਿੱਗ ਗਈ ਆ, ਤਾਂ ਮਤਲਬ ਕਿ 60 ਗ੍ਰਾਮਸ ਦੇ ਨੇੜੇ ਤੇੜ ਇਹ ਜਿਹੜੀ ਨੀਚੇ ਆ ਗਈ ਆ, ਠੀਕ ਆ। ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿੱਦਾਂ। ਦੇਖੋ ਪਹਿਲਾਂ ਆਪਣੇ ਕੋਲ 160 ਸੀਗੀ ਹੈ ਨਾ 1986 ਦੇ ਵਿੱਚ, ਤਾਂ 1991 ਵਿੱਚ ਆਪਾਂ ਕੀ ਕਹਿ ਰਹੇ ਤਾਂ ਕਿ 60% ਡਿੱਗ ਗਈ ਆ। ਤਾਂ ਦੇਖੋ 100 ਰਹਿ ਗਈ ਆ, ਤਾਂ ਫਿਰ ਕਿੰਨਾ ਗੈਪ ਹੋਇਆ? ਤਾਂ 60 ਦਾ ਹੋਇਆ ਨਾ, ਇਸ ਲਈ ਆਪਾਂ ਦੱਸਿਆ ਕਿ 60 ਜਿਹੜਾ ਹੈਗਾ ਗ੍ਰਾਮਸ ਉਹ ਨੀਚੇ ਆ ਗਿਆ, ਠੀਕ ਆ, ਫਾਲਿੰਗ ਹੋ ਗਈ। ਤਾਂ ਹੁਣ ਆਪਾਂ ਕੀ ਕਰ ਰਹੇ ਹਾਂ? ਇੱਥੋਂ ਤੱਕ ਆਪਣਾ ਹੋ ਗਿਆ। ਹੁਣ ਆਪਾਂ ਲਿਖਤਾ ਬਿਟਵੀਨ 1996 ਐਂਡ 2007, ਠੀਕ ਆ। ਇਸ ਪੀਰੀਅਡ ਦੇ ਬਿਟਵੀਨ 1996 ਐਂਡ 2007 ਦਾ ਜਿਹੜਾ ਪੀਰੀਅਡ ਹੈਗਾ ਉਹਦੇ ਬਿਟਵੀਨ ਕੀ ਕੀਤਾ ਗਿਆ? ਤਾਂ ਹੁਣ ਆਪਾਂ ਦੇਖ ਲਈਏ ਇੱਕ ਵਾਰੀ ਕਿ 1996 ਤੋਂ ਲੈ ਕੇ 1907 ਤੱਕ ਕੀ ਹੈਗਾ ਗਾ ਇਹ ਨੀਚੇ ਡਿੱਗੀ ਹੈਗੀ ਆ। ਤਾਂ ਹੁਣ ਆਪਾਂ ਕੀ ਕਰ ਰਹੇ ਹਾਂ? ਉਹਦੇ ਲਈ ਕੀ ਯੂਜ਼ ਕਰ ਰਹੇ ਹਾਂ? ਇੱਕ ਵੋਕੈਬ ਦਾ ਵਰਡ ਯੂਜ਼ ਕਰ ਰਹੇ ਹਾਂ ਆਪਾਂ, ਨੋਟਿਸ। ਤਾਂ ਇੱਕ ਨੋਟਿਸ ਕੀਤਾ ਗਿਆ, ਕੀ ਨੋਟਿਸ ਕੀਤੇ ਆ? ਅ ਡਿਕਲਾਈਨ ਇਨ ਦਾ ਕੰਜ਼ੰਪਸ਼ਨ ਆਫ ਬਟਰ, ਤਾਂ ਬਟਰ ਦੀ ਕੰਜ਼ੰਪਸ਼ਨ ਦੇ ਵਿੱਚ ਇੱਕ ਡਿਕਲਾਈਨ ਨੋਟਿਸ ਕੀਤਾ ਗਿਆ। ਦੇਖੋ ਕਿਉਂਕਿ ਹਾਈਐਸਟ ਸੀਗੀ ਜਦੋਂ ਬਿਗਨਿੰਗ ਸੀਗਾ ਪੀਰੀਅਡ, ਠੀਕ ਆ। ਤਾਂ ਜਦੋਂ ਐਂਡ ਹੋਇਆ ਪੀਰੀਅਡ ਦਾ ਉਦੋਂ ਕੀ ਇੱਕ ਡਿਕਲਾਈਨ ਸ਼ੋ ਕੀਤਾ ਗਿਆ, ਠੀਕ ਆ। ਤਾਂ ਇਸ ਲਈ ਆਪਾਂ ਲਿਖਤਾ ਕਿ ਇੱਕ ਡਿਕਲਾਈਨ ਜਿਹੜਾ ਨੋਟਿਸ ਕੀਤਾ ਗਿਆ। ਦੇਖੋ ਹੁਣ ਬਟਰ ਆਪਣੇ ਕੋਲੇ ਹੋ ਗਿਆ ਵਾ, ਤਾਂ ਹੁਣ ਆਪਾਂ ਕੀ ਕਰਾਂਗੇ? ਆਪਣੇ ਕੋਲੇ ਰਹਿ ਗਏ ਆ ਮਾਰਜਰੀਨ ਐਂਡ ਲੋ ਫੈਟ ਐਂਡ ਰਿਡਿਊਸ ਸਪਰੈਡਸ। ਤਾਂ ਜਿਹੜਾ ਆਪਣੇ ਕੋਲੇ ਮਾਰਜਿਨ ਦਾ ਪਹਿਲਾਂ ਆਪਾਂ ਉਹ ਠੀਕ ਕਰਾਂਗੇ, ਕਿਉਂਕਿ ਜਿਹੜਾ ਲੋ ਫੈਟ ਐਂਡ ਰਿਡਿਊਸ ਸਪਰੈਡਸ ਆ ਉਹ ਤਾਂ ਆਪਣੇ ਕੋਲ ਜਿਹੜੇ 1996 ਤੋਂ ਸਟਾਰਟ ਹੁੰਦੇ, ਤਾਂ ਥੋੜ੍ਹਾ ਹੀ ਡੇਟਾ ਦੱਸਣਾ ਆਪਾਂ। ਚੱਲਦੇ ਹਾਂ ਹੁਣ ਆਪਾਂ BP2 ਤੇ। ਲੁਕਿੰਗ ਦ ਗ੍ਰਾਫ ਇਨ ਟੂ ਮੋਰ ਡਿਟੇਲਸ, ਤਾਂ ਜਿਹੜਾ ਗ੍ਰਾਫ ਨੂੰ ਉਹ ਕਹਿੰਦੇ ਹੋਰ ਡਿਟੇਲਸ 'ਚ ਦੇਖੋ। ਬੇਸਿਕ ਲਾਈਨਾਂ ਤੁਸੀਂ ਐਡ ਕਰ ਸਕਦੇ ਆਪਣੇ ਐਸੇ ਵਿੱਚ। ਦੈਟ ਅਪਰੋਕਸੀਮੇਟਲੀ 90 ਗ੍ਰਾਮਸ ਆਫ ਮਾਰਜਰੀਨ, ਤਾਂ ਜਿਹੜੇ 90 ਗ੍ਰਾਮ ਮਾਰਜਰੀਨ ਹੈਗੀ ਆ ਵਾਜ਼ ਈਟਨ ਇਨ ਦਾ ਫਸਟ ਈਅਰ। ਤਾਂ ਹੁਣ ਆਪਾਂ ਕੰਜ਼ੰਪਸ਼ਨ ਹੀ ਯੂਜ਼ ਕੀਤਾ, ਇੱਕ ਤਾਂ ਕੰਜ਼ੰਪਸ਼ਨ ਯੂਜ਼ ਕੀਤਾ, ਇੱਕ ਤਾਂ ਆਪਾਂ ਯੂਜ਼ਡ ਕਰ ਲਿਆ ਹੈ ਨਾ। ਤਾਂ ਹੁਣ ਆਪਾਂ ਈਟਨ ਕਰ ਰਹੇ ਹਾਂ, ਠੀਕ ਆ। ਈਟਨ ਇਨ ਦਾ ਫਸਟ ਈਅਰ, ਤਾਂ ਫਸਟ ਈਅਰ ਦੇ ਵਿੱਚ ਜਿਹੜਾ ਸੀਗਾ ਕਿ ਉਹ 90% ਜਿਹੜਾ ਈਟ ਕੀਤਾ ਗਿਆ ਸੀਗਾ। ਦੇਖਦੇ ਹਾਂ ਹੁਣ ਆਪਾਂ। ਦੇਖੋ ਆਪਣੇ ਕੋਲ ਜਿਹੜੀ ਬਲੂ ਲਾਈਨ ਸ਼ੋ ਹੋ ਰਹੀ ਆ ਉਹ ਜਿਹੜੇ 100 ਤੋਂ ਥੋੜ੍ਹੀ ਜਿਹੀ ਨੀਚੇ, ਇਸ ਲਈ ਆਪਾਂ 90 ਲਿਖਤਾ, ਠੀਕ ਆ। ਤਾਂ ਅਪਰੋਕਸੀਮੇਟਲੀ 90 ਲਿਖਿਆ ਹੈਗਾ। ਤਾਂ
ਤੁਸੀਂ ਜਿਹੜਾ ਵਰਡ ਜਦੋਂ ਆਪਣੇ ਕੋਲੇ ਇੱਕ ਐਗਜ਼ੈਕਟ ਨੰਬਰ ਨਾ ਹੋਵੇ ਤਾਂ ਆਪਾਂ ਦੱਸਣਾ ਹੋਵੇ ਨੇੜੇ ਤੇੜੇ ਹੈਗਾ ਤਾਂ ਤੁਸੀਂ ਉਹਦੇ ਲਈ ਕੀ ਕਰ ਸਕਦੇ ਆ ਅਪਰੋਕਸੀਮੇਟਲੀ, ਨੀਅਰਲੀ, ਨੀਅਰ ਅਬਾਊਟ, ਠੀਕ ਆ। ਤਾਂ ਤੁਸੀਂ ਕੁਛ ਵੀ ਇੱਦਾਂ ਦੇ ਵਰਡਸ ਲਿਖ ਸਕਦੇ ਆ, ਅਬਾਊਟ ਵਰਡ ਲਿਖ ਸਕਦੇ ਆ। ਇਹਦੇ ਨਾਲ ਐਂ ਹੋ ਜਾਂਦਾ ਕਿ ਨੇੜੇ ਤੇੜੇ ਆ ਵੀ ਐਗਜ਼ੈਕਟ ਨਹੀਂ ਪਤਾ ਹੈਗਾ। ਤਾਂ ਈਟਨ ਇਨ ਦਾ ਫਸਟ ਈਅਰ ਆਫਟਰ ਦੈਟ, ਤਾਂ ਹੁਣ ਆਪਾਂ ਕੀ ਕਰ ਦਿੱਤਾ ਆਫਟਰ ਦੈਟ ਦਿਸ ਫਿਗਰ ਫਲਕਚੁਏਟਡ, ਤਾਂ ਜਿਹੜੀ ਇਸ ਫਿਗਰ ਨੇ ਕੀ ਕੀਤਾ ਸੀਗਾ ਫਲਕਚੁਏਟ ਕੀਤਾ। ਤਾਂ ਹੁਣ ਆਪਾਂ ਦੇਖਦੇ ਹਾਂ ਫਲਕਚੁਏਟ ਦਾ ਮਤਲਬ ਕਿੱਦਾਂ ਦਾ। ਫਲਕਚੁਏਟ ਉਹ ਹੁੰਦਾ ਕਿ ਜਦੋਂ ਉੱਤੇ ਨੀਵੇਂ ਹੋਵੇ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹਾਂ, ਦੇਖੋ ਜਦੋਂ ਆਪਣੇ ਕੋਲੇ ਸੀਗੀ ਇਹ 90 ਸੀਗੀ, ਠੀਕ ਹੈ 90 ਗ੍ਰਾਮ। ਤਾਂ ਹੁਣ ਆਪਾਂ ਕੀ ਗੱਲ ਕਰਦੇ ਬਾਅਦ ਵਿੱਚ ਇਹ ਫਿਰ ਉੱਪਰ ਚਲੀ ਗਈ। ਪਹਿਲਾਂ ਦੇਖੋ 90 ਤੋਂ ਨੀਚੇ ਆਈ, ਠੀਕ ਆ। 90 ਤੋਂ ਵੀ ਨੀਚੇ ਆ ਕੇ 80, ਜਿੱਥੇ ਆਪਣੇ ਕੋਲੇ 80 ਸ਼ੋ ਹੋ ਰਿਹਾ 80 ਹੈ ਨਾ, ਉੱਥੇ ਟੱਚ ਕੀਤੀ ਫਿਰ ਉੱਪਰ ਚਲੀ ਗਈ, ਠੀਕ ਆ। ਤਾਂ ਫਿਰ ਇਹ ਕੀ ਹੋ ਗਿਆ, ਨੀਚੇ ਆ ਗਈ ਉੱਪਰ ਆ ਗਈ, ਇਹ ਕੀ ਹੁੰਦਾ ਫਲਕਚੁਏਸ਼ਨ ਕੀਤਾ ਉਹਨੇ, ਠੀਕ ਆ। ਤਾਂ ਆਪਾਂ ਕੀ ਲਿਖਤਾ कि fluctuated, ठीक है, that this figure fluctuated and reached at the 40 grams at the end of given time। ਤਾਂ ਜਿਹੜਾ ਟਾਈਮ ਸੀਗਾ ਦਿੱਤਾ ਉਹ ਜਦੋਂ ਉਹ ਐਂਡ ਹੋਇਆ ਜਾਨੀ ਕਿ ਲਾਸਟ ਵਾਲਾ ਈਅਰ ਸੀਗਾ ਤਾਂ ਉਦੋਂ ਰੀਚਡ ਕਿਤੇ ਹੋ ਗਈ 40 ਗ੍ਰਾਮਸ ਤੇ ਹੋ ਗਈ ਫਲਕਚੁਏਸ਼ਨ ਕਰਨ ਤੋਂ ਬਾਅਦ, ਠੀਕ ਆ। ਤਾਂ ਪਹਿਲਾਂ ਆਪਾਂ ਕੀ ਲਿਖਿਆ ਕਿ 90 ਗ੍ਰਾਮ ਸੀਗੀ ਸ਼ੁਰੂ ਦੇ ਵਿੱਚ, ਠੀਕ ਆ। ਤਾਂ ਫਿਰ ਕਿ ਉਹਨੇ ਫਲਕਚੁਏਸ਼ਨ ਕੀਤੀਆਂ, ਉੱਪਰ ਨੀਵੀਂ ਹੋਈ ਗਈ, ਠੀਕ ਆ। ਤਾਂ ਫਿਰ ਜਦੋਂ ਐਂਡ ਆਫ ਪੀਰੀਅਡ ਜਾਨੀ ਕਿ 2007 ਦੇ ਵਿੱਚ ਕੀ ਹੋ ਗਈ 40 ਰਹਿ ਗਈ, ਠੀਕ ਹੈ, ਜਸਟ 40 ਦੇ ਨੇੜੇ ਤੇੜ। ਤਾਂ 40 ਤੋਂ ਥੋੜੀ ਜਿਹੀ ਉੱਤੇ ਆ ਤਾਂ ਇਸ ਲਈ ਆਪਾਂ ਕਹਿ ਦਿੱਤਾ ਨਹੀਂ ਐਗਜ਼ੈਕਟ 40 ਆਪਣੇ ਕੋਲੇ, ਸੌਰੀ। ਤਾਂ ਆਪਣੇ ਕੋਲੇ ਜਿਹੜਾ 40 ਤੱਕ ਪਹੁੰਚ ਗਈ ਤਾਂ ਆਪਾਂ ਕੀ ਲਿਖ ਦਿੱਤਾ 40, ਠੀਕ ਆ। ਤਾਂ ਫਿਰ ਆਪਾਂ ਅਪਰੋਕਸੀਮੇਟਲੀ ਜਾਂ ਅਬਾਊਟ ਜਾਂ ਨੀਅਰ ਅਬਾਊਟ ਨਹੀਂ ਲਿਖਾਂਗੇ ਕਿਉਂਕਿ ਆਪਣੇ ਕੋਲੇ ਟੱਚ ਕਰਦੀ ਹੈਗੀ ਲਾਈਨ ਨੂੰ। 40 ਗ੍ਰਾਮਸ ਆਪਾਂ ਲਿਖ ਦਿੱਤਾ ਹੈਗਾ, 40 ਗ੍ਰਾਮਸ ਐਟ ਦਾ ਐਂਡ ਆਫ ਗਿਵਨ ਟਾਈਮ ਪੀਰੀਅਡ। ਤਾਂ ਠੀਕ ਹੈ, ਜਿਹੜਾ ਗਿਵਨ ਟਾਈਮ ਪੀਰੀਅਡ ਉਹਦੇ ਵਿੱਚ ਸੀਗੀ 40 ਗ੍ਰਾਮਸ ਐਂਡ ਹੋ ਗਈ। ਤਾਂ ਹੁਣ ਆਪਣੇ ਕੋਲੇ ਜਿਹੜੀ ਆ ਗਈ ਆ ਕੰਜ਼ੰਪਸ਼ਨ ਆਫ ਲੋ ਫੈਟਸ ਐਂਡ ਰਿਡਿਊਸ ਸਪਿਰਿਟਸ। ਤਾਂ ਠੀਕ ਆ, ਇਹ ਜਿਹੜੀ 1996 ਤੋਂ ਸਟਾਰਟ ਹੋਈ ਆ, ਠੀਕ ਆ। ਤਾਂ ਆਪਾਂ ਇੱਥੋਂ ਦੱਸ ਦਾਂਗੇ 1996 ਤੋਂ ਲੈ ਕੇ ਆਪ ਦੇਖ ਲੈਂਦੇ ਟਰੈਂਡ ਇਹਨੇ ਕੀ ਫੇਸ ਕੀਤਾ। ਪਹਿਲਾਂ 1996 ਦੇ ਵਿੱਚ ਆਪਣੇ ਕੋਲੇ ਸੀਗੀ ਹੈ ਨਾ 20 ਤੋਂ ਲੋ ਹੈਗੀ ਆ, 20 ਤੋਂ ਲੋ। ਉਸ ਤੋਂ ਬਾਅਦ ਕੀ ਹੈ ਇੱਕੋ ਦਮ ਹੀ ਇੰਕਰੀਜ਼ ਹੋ ਗਈ। ਤਾਂ ਇੰਕਰੀਜ਼ ਹੋ ਕੇ ਕਿੰਨੀ ਹੋ ਗਈ 80 ਤੋਂ ਥੋੜੀ ਜਿਹੀ ਉੱਤੇ ਚਲੀ ਗਈ, ਠੀਕ ਆ। ਤਾਂ ਫਿਰ ਇਹ ਜਿਹੜੀ ਥੋੜੀ ਜਿਹੀ ਡਿਕਰੀਜ਼ ਹੋਈ 2007 ਦੇ ਵਿੱਚ। ਤਾਂ ਇਹਨੇ ਟਰੈਂਡ ਫੇਸ ਕੀਤੇ ਹੈਗੇ ਆ। ਤਾਂ ਹੁਣ ਆਪਾਂ ਚੱਲਦੇ ਇਹਨੂੰ ਕਿੱਦਾਂ ਫਾਰਮ ਕਰਨਾ ਲਾਈਨ ਨੂੰ। ਹੁਣ ਮੋਰ ਓਵਰ ਆਪਾਂ ਇਸ ਲਈ ਜਿਹੜਾ ਕਨੈਕਟਰ ਯੂਜ਼ ਕੀਤਾ ਹੈਗਾ ਕਿਉਂਕਿ ਆਪਾਂ ਜਿਹੜੀ ਇੱਕ ਨੈਕਸਟ ਮਤਲਬ ਟਾਈਪ ਦੀ ਕਰਨ ਜਾ ਰਹੇ ਹੈਗੇ ਆ, ਠੀਕ ਆ। ਤਾਂ ਇਸ ਲਈ ਆਪਾਂ ਮੋਰ ਓਵਰ ਯੂਜ਼ ਕੀਤਾ। ਦ ਕੰਜ਼ੰਪਸ਼ਨ ਆਫ ਲੋ ਫੈਟਸ ਐਂਡ ਰਿਡਿਊਸ ਸਪਿਰਿਟਸ ਓਨਲੀ ਸਟਾਰਟਡ ਇਨ 1996। ਤਾਂ ਜਿਹੜੇ ਇਹ 1996 ਦੇ ਵਿੱਚ ਹੀ ਸਟਾਰਟ ਹੋਈ ਸੀ। ਉਹ ਕਹਿੰਦੇ ਓਨਲੀ ਐਟ ਦ ਨੀਅਰਲੀ 10 ਗ੍ਰਾਮਸ। ਤਾਂ ਇਹ ਜਿਹੜੀ 10 ਕਿਉਂਕਿ 20 ਤੋਂ ਨੀਚੇ ਹੈਗੀ ਹੈ ਨਾ, ਆਪਾਂ ਨੂੰ ਜਸਟ 0 ਦੱਸਿਆ, ਉਸ ਤੋਂ ਬਾਅਦ 20 ਦੱਸਿਆ ਹੈਗਾ, 10 ਨਹੀਂ ਦੱਸਿਆ। ਇਸ ਲਈ ਆਪਾਂ ਜਿਹੜਾ ਦੱਸਤਾ ਕਿ 20 ਤੋਂ ਨੀਚੇ ਤਾਂ ਆਪਾਂ ਨੀਅਰਲੀ 10 ਦੱਸਦਾ ਹੈਗਾ, ਠੀਕ ਆ। 10 ਗ੍ਰਾਮਸ ਐਂਡ ਇੰਕਰੀਜ਼ਡ ਸ਼ਾਰਪਲੀ। ਤਾਂ ਇੰਕਰੀਜ਼ ਸ਼ਾਰਪਲੀ ਫਿਰ ਇੱਕੋ ਦਮ ਹੀ ਸ਼ਾਰਪ ਮਤਲਬ ਕਿ ਤੇਜ਼ੀ ਨਾਲ ਇੰਕਰੀਜ਼ ਹੋ ਗਈ ਸੀਗੀ ਆਪਣੇ ਕੋਲੇ। ਦੇਖੋ ਜਿਹੜੀ ਰੈੱਡ ਲਾਈਨ ਆ ਉਹ ਆਪਾਂ ਕਰ ਰਹੇ ਹਾਂ। ਤਾਂ ਆਪਣੇ ਕੋਲ ਇੱਥੇ ਸੀਗੀ ਵੇਖੋ 20 ਤੋਂ ਨੀਚੇ ਸੀਗੀ ਤਾਂ 0 ਤੋਂ ਥੋੜ੍ਹਾ ਉੱਤੇ ਸੀ, ਆਪਾਂ 10% 10 ਗ੍ਰਾਮਸ ਲਿਖ ਦਿੱਤਾ ਹੈ ਨਾ। ਅਤੇ ਉਸ ਤੋਂ ਬਾਅਦ ਕੀ ਆਪਣੇ ਕੋਲ ਇੱਕੋ ਦਮ ਹੀ ਇੰਕਰੀਜ਼ ਹੋ ਗਈ, ਠੀਕ ਆ, ਸ਼ਾਰਪਲੀ। ਤਾਂ ਫਿਰ ਆਪਾਂ ਕੀ ਵਰਡ ਯੂਜ਼ ਕਰ ਦਿੱਤਾ ਸ਼ਾਰਪਲੀ। ਤਾਂ ਇੰਕਰੀਜ਼ ਸ਼ਾਰਪਲੀ ਜਦੋਂ ਇੱਕੋ ਦਮ ਹੀ ਮਤਲਬ ਕਿ ਤੇਜ਼ੀ ਨਾਲ ਇੰਕਰੀਜ਼ ਹੋ ਜਾਏ ਤਾਂ ਆਪਾਂ ਸ਼ਾਰਪਲੀ ਵਰਡ ਯੂਜ਼ ਕਰ ਦਿੰਦੇ, ਜਾਂ ਤੇਜ਼ੀ ਨਾਲ ਡਿਕਰੀਜ਼ ਹੋ ਜਾਏ ਤੁਸੀਂ ਤਾਂ ਵੀ ਡਿਕਰੀਜ਼ਡ ਸ਼ਾਰਪਲੀ ਕਹਿ ਸਕਦੇ ਹਾਂ, ਠੀਕ ਆ। ਇਨ ਦਾ ਨੈਕਸਟ 5 ਈਅਰ, ਤਾਂ ਜਿਹੜੇ 5 ਈਅਰ ਨੈਕਸਟ ਸੀਗੇ ਉਹਨਾਂ ਦੇ ਵਿੱਚ, ਠੀਕ ਆ। ਹੁਣ ਗੱਲ ਕੀ ਕੀਤੀ ਹੈ ਇਨ ਦਾ ਫਾਈਨਲ ਈਅਰ। ਤਾਂ ਫਾਈਨਲ ਈਅਰ ਦੇ ਵਿੱਚ ਕੀ ਆ ਇਟ ਰੀਚਡ ਨੀਅਰ ਅਬਾਊਟ 80 ਗ੍ਰਾਮਸ। ਤਾਂ ਜਿਹੜਾ ਕੀ ਆ ਫਾਈਨਲ ਦੇ ਵਿੱਚ ਜਦੋਂ ਕਿੰਨੀ ਹੋ ਗਈ ਤਾਂ ਆਪਣੇ ਕੋਲੇ ਜਿਹੜੀ ਨੀਅਰ 80 ਗ੍ਰਾਮ, ਠੀਕ ਆ, 80 ਗ੍ਰਾਮਸ ਦੇ ਨੇੜੇ ਤੇੜੇ ਚਲੀ ਗਈ ਹੈਗੀ ਆ। ਤਾਂ ਹੁਣ ਆਪਾਂ ਇਸ ਤਰ੍ਹਾਂ ਇਸ ਲਾਈਨਸ ਨੂੰ ਫਾਰਮ ਕੀਤਾ ਹੈਗਾ। ਦੇਖੋ ਆਪਾਂ ਟਰਾਈ ਕੀਤਾ ਹੈਗਾ ਕਿ ਜਿਹੜੀ ਲਾਈਨ ਇੱਕ ਤਰੀਕੇ ਨਾਲ ਹੋ ਗਈ ਆ ਉਹ ਆਪਾਂ ਦੁਬਾਰਾ ਨਹੀਂ ਯੂਜ਼ ਕਰਦੇ ਹੈਗੇ। ਅਤੇ ਹਰ ਇੱਕ ਲਈ ਸੈਂਟੈਂਸ ਵੇਰੀਏਸ਼ਨ ਦੀ ਆਪਾਂ ਮਤਲਬ ਕਿ ਐਡ ਕੀਤੀਆਂ ਹੈਗੀਆਂ ਹਰ ਇੱਕ ਲਾਈਨਸ ਦੇ ਲਈ। ਤਾਂ ਜੇ ਤੁਹਾਨੂੰ ਕਿਸੇ ਹੋਰ ਵੀ ਟਾਸਕ 1 ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਤਾਂ ਇਸ ਚੈਨਲ 'ਤੇ ਹੋਰ ਵੀ ਵੀਡੀਓ ਅਪਲੋਡ ਹੈਗੀਆਂ ਡਿਫਰੈਂਟ ਚਾਰਟਸ ਦੀਆਂ, ਤਾਂ ਤੁਸੀਂ ਜਿਹੜੀਆਂ ਉਹ ਵਾਚ ਕਰ ਸਕਦੇ ਹੈਗੇ ਆ। ਤਾਂ ਹੁਣ ਆਪਾਂ ਚੱਲਦੇ ਹੈਗੇ ਆ ਓਵਰਆਲ ਦੀ ਗੱਲ। ਤਾਂ ਓਵਰਆਲ ਵਿੱਚ ਆਪਾਂ ਇੱਕ ਜਿਹੜਾ ਯੂਨੀਕ ਜਿਹਾ ਫੀਚਰ ਹੁੰਦਾ ਉਹ ਦੱਸ ਦੇਣਾ ਹੁੰਦਾ। ਇਟ ਇਜ਼ ਕਲੀਅਰਲੀ ਸੀਨ ਫਰੋਮ ਦਾ ਗਿਵਨ ਚਾਰਟ। ਤਾਂ ਤੁਸੀਂ ਜਿਹੜੀ ਬੇਸਿਕ ਲਾਈਨ ਐਡ ਕੀਤੀ ਹੈਗੀ ਹੈ ਦੈਟ। ਤਾਂ ਹੁਣ ਕੀ ਕਰਦੇ ਹਾਂ ਦ ਕੰਜ਼ੰਪਸ਼ਨ ਆਫ ਲੋ ਫੈਟ ਐਂਡ ਰਿਡਿਊਸ ਸਪਿਰਿਟ ਇੰਕਰੀਜ਼ ਥਰੂ ਆਊਟ ਦਿਸ ਪੀਰੀਅਡ। ਤਾਂ ਜਿਹੜਾ ਇਹ ਪੀਰੀਅਡ ਸੀਗਾ ਉਹਦੇ ਵਿੱਚ ਜਿਹੜੀ ਲੋ ਫੈਟਸ ਐਂਡ ਰਿਡਿਊਸ ਸਪਿਰਿਟ ਸੀਗੇ ਨਾ ਉਹ ਇੰਕਰੀਜ਼ ਹੋਇਆ ਸੀਗਾ। ਕੀ ਰੈੱਡ ਲਾਈਨ ਸੀਗੀ, ਠੀਕ ਆ। ਆਪਣੇ ਕੋਲੇ ਰੈੱਡ ਲਾਈਨ ਦੇਖੋ ਪਹਿਲਾਂ ਤਾਂ ਮਤਲਬ ਕਿ ਬਿਲਕੁਲ ਲੋ ਸੀਗੀ ਅਤੇ ਜਦੋਂ ਐਂਡ ਹੋਇਆ ਪੀਰੀਅਡ ਤੋਂ ਉਦੋਂ ਇੰਕਰੀਜ਼ ਹੋ ਗਈ, ਠੀਕ ਆ। ਤਾਂ ਇਹ ਆਪਾਂ ਲਿਖਤਾ ਇੰਕਰੀਜ਼, ਠੀਕ ਆ। ਤਾਂ ਅੱਗੇ ਕੀ ਕਰਤਾ ਥਰੂ ਆਊਟ ਦਿਸ ਟਾਈਮ ਪੀਰੀਅਡ। ਮੀਨਵਾਈਲ ਤੁਸੀਂ ਉੱਥੇ ਲੱਗਦੇ ਜਦੋਂ ਫਿਰ ਐਂ ਕਹਿਣਾ ਹੋਵੇ ਵੀ ਇਸੇ ਟਾਈਮ 'ਤੇ ਹੈ ਨਾ। ਮੀਨਵਾਈਲ ਫਿਰ ਇਸੇ ਟਾਈਮ 'ਤੇ ਦਾ ਯੂਜ਼ਿੰਗ ਆਫ
ਮਾਰਜਰੀਨ ਐਂਡ ਬਟਰ ਸ਼ੋਡ ਆ ਡਿਕਲਾਈਨ। ਤੇ ਬਟ ਜਿਹੜਾ ਮਾਰਜਿਨ ਤੇ ਬਟਰ ਨੇ ਕੀ ਕੀਤਾ ਕਿ ਇੱਕ ਡਿਕਲਾਈਨ ਸ਼ੋ ਕੀਤਾ। ਤਾਂ ਦੇਖੋ ਉਹ ਜਿਹੜੇ ਪਹਿਲਾਂ ਹਾਈਐਸਟ ਸੀਗੇ ਹੈ ਨਾ, ਦੋਨੋਂ ਹੀ ਪਹਿਲਾਂ ਉਹ ਜ਼ਿਆਦਾ ਸੀਗੇ ਅਤੇ ਜਦੋਂ ਐਂਡ ਹੋਇਆ ਪੀਰੀਅਡ ਦਾ ਤਾਂ ਉਹ ਲੋ ਹੋ ਗਏ, ਠੀਕ ਹੈ, ਤਾਂ ਉਹਨਾਂ ਨੇ ਡਿਕਲਾਈਨ ਸ਼ੋ ਕੀਤਾ। ਤਾਂ ਇਸ ਤਰ੍ਹਾਂ ਆਪਾਂ ਜਿਹੜਾ ਓਵਰਆਲ ਇੰਟਰੋ BPs 1 BP 2 ਇੱਦਾਂ ਕਰਦੇ ਹੈਗੇ ਆ। ਤਾਂ ਆਈ ਹੋਪ ਤੁਹਾਡੇ ਵੀਡੀਓ ਜਿਹੜੀ ਤੁਹਾਡੇ ਲਈ ਯੂਜ਼ਫੁਲ ਹੋਊਗੀ। ਥੈਂਕਸ ਫॉर ਵਾਚਿੰਗ।